ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਇੱਕ ਵਿਸ਼ੇਸ਼ ਬਾਣੀ ਲਿਖੀ ਹੈ ਜਿਸ ਦਾ ਨਾਮ ਹੈ ਸ਼ਸਤਰ ਨਾਮ ਮਾਲਾ। ਵੈਸੇ ਇਸ ਨੂੰ ਸ਼ਸਤਰ ਨਾਮਾ ਵੀ ਕਿਤੇ ਕਿਤੇ ਲਿਖਿਆ ਗਿਆ ਹੈ, ਪਰ ਠੀਕ ਸ਼ਬਦ ਜਿਹੜਾ ਹੈ ਉਹ ਸ਼ਸਤਰ ਨਾਮ ਮਾਲਾ ਹੈ। ਇਸ ਬਾਰੇ ਇਹ ਸਭ ਨੇ ਸੁਣਿਆ ਤੇ ਜ਼ਰੂਰ ਹੋਏਗਾ, ਪਰ ਕਈ ਵਾਰੀ ਸਾਨੂੰ ਇਸ ਦਾ ਭਾਵ ਕੀ ਹੈ, ਕਿਉਂ ਲਿਖੀ ਗਈ, ਇਹਦਾ ਪਿਛੋਕੜ ਕੀ ਹੈ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਆਈ ਉਸ ਬਾਣੀ ਨਾਲ ਵੀ ਇਹਦਾ ਕੀ ਸੰਬੰਧ ਹੈ। ਇਹਨਾਂ ਗੱਲਾਂ ਬਾਰੇ ਸਾਨੂੰ ਕੁਝ ਜਾਣਕਾਰੀ ਲੈਣ ਦੀ ਇਸ ਵੇਲੇ ਮੈਂ ਕੋਸ਼ਿਸ਼ ਕਰ ਰਿਹਾ, ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸ਼ਸਤਰਾਂ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਯੁਗਾਂ ਵਿੱਚ ਵੀ ਸ਼੍ਰੀ ਰਾਮ ਚੰਦਰ ਜੀ ਵੀ ਹੋਏ ਨੇ, ਔਰ ਉਹਨਾਂ ਦੀ ਵੀ ਜਦ ਅਸੀਂ ਕੋਈ ਤਸਵੀਰ ਦੇਖਦੇ ਹਾਂ ਤੇ ਉਹ ਹਮੇਸ਼ਾ ਧਨੁਸ਼ ਬਾਣ ਦੇ ਨਾਲ ਹੀ ਦੇਖੇ ਜਾਂਦੇ ਨੇ। ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਇੱਕ ਸੁਦਰਸ਼ਨ ਚੱਕਰ ਵਰਤਦੇ ਸਨ, ਔਰ ਜਿਹੜੇ ਉਹਨਾਂ ਨੂੰ ਯੁੱਧ ਵੀ ਕਰਨੇ ਪਏ ਉਹ ਵੀ ਕੋਈ ਟੈਰੀਟਰੀ ਐਕਵਾਇਰ ਕਰਨ ਵਾਸਤੇ ਜਾਂ ਕੋਈ ਹੋਰ ਕਿਸੇ ਵੈਲਥ ਵਾਸਤੇ ਨਹੀਂ ਸੀ, ਪਰ ਉਹਨਾਂ ਨੇ ਆਪਣੀ ਸੈਲਫ ਰਿਸਪੈਕਟ ਨੂੰ, ਆਪਣੇ ਆਨਰ ਨੂੰ ਪ੍ਰੋਟੈਕਟ ਕਰਨ ਵਾਸਤੇ ਸ਼ਸਤਰਾਂ ਦੀ ਵਰਤੋਂ ਕੀਤੀ। ਇਹੀ ਅੱਗੇ ਗੁਰਬਾਣੀ ਵਿੱਚ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿੱਚ ਵੀ ਇਸੇ ਭਾਵਨਾ ਨਾਲ ਸ਼ਸਤਰਾਂ ਦੀ ਗੱਲ ਹੋਈ ਹੈ। ਸੋ ਚੂੰਕਿ ਉਹਦੇ ਵਿੱਚ ਬਾਣੀ ਦੇ ਸ਼ਲੋਕ ਹਨ, ਦੋਹਰੇ ਹਨ, ਇਸ ਲਈ ਮੈਂ ਸਲਾਈਡ ਦੀ ਹੈਲਪ ਦੇ ਨਾਲ ਆਪ ਜੀ ਨਾਲ ਕੁਝ ਸ਼ੇਅਰਿੰਗ ਕਰਾਂਗਾ। ਸੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇਹਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਔਰ ਇਹਦਾ ਠੀਕ ਨਾਂ ਜਿਹੜਾ ਹੈ ਉਹ ਹੈ ਸ਼ਸਤਰ ਨਾਮ ਮਾਲਾ। ਔਰ ਹਿਸਟੋਰੀਅਨਸ ਦਾ ਲਿਖਣਾ ਹੈ ਕਿ ਇਹ 1687 ਵਿੱਚ ਗੁਰੂ ਸਾਹਿਬ ਨੇ ਇਸ ਦੀ ਰਚਨਾ ਕੀਤੀ। ਸੋ ਤੁਸੀਂ ਦੇਖ ਸਕਦੇ ਹੋ ਕਿ ਉਸ ਵਕਤ ਉਹਨਾਂ ਦੀ ਉਮਰ 21 ਸਾਲ ਦੇ ਕਰੀਬ ਸੀ। ਔਰ ਦੂਸਰੀ ਗੱਲ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਗੁਰੂ ਸਾਹਿਬ ਨੇ ਖੁਦ ਕੋਈ ਵੀ ਜੰਗ ਆਪਣੇ ਵੱਲੋਂ ਸ਼ੁਰੂ ਨਹੀਂ ਕੀਤੀ। ਜੰਗਾਂ ਹਮੇਸ਼ਾ ਉਹਨਾਂ ਦੇ ਉੱਤੇ ਫੋਇਸਟ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਜੰਗ ਵਾਸਤੇ ਮਜਬੂਰ ਕੀਤਾ ਗਿਆ। ਔਰ ਇਹ ਸਾਰੀ ਗੱਲ ਦਾ ਇਤਿਹਾਸਕ ਔਰ ਅਧਿਆਤਮਕ ਪੱਖ ਕੀ ਨੇ, ਔਰ ਕਿੰਨਾ ਕਾਰਨਾਂ ਕਰਕੇ ਗੁਰੂ ਸਾਹਿਬ ਨੂੰ ਇਹ ਜੰਗ ਲੜਨੇ ਪਏ। ਸ਼ਸਤਰ ਉਹਨਾਂ ਨੇ ਕਿਉਂ ਪਿਆਰੇ ਸਨ ਔਰ ਕਿਉਂ ਸ਼ਸਤਰਾਂ ਦੀ ਉਹ ਸਤਿਕਾਰ ਕਰਦੇ ਸਨ, ਇਸ ਬਾਰੇ ਹੁਣ ਅਸੀਂ ਗੱਲ ਕਰਾਂਗੇ। ਤੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਕਰੋ ਤਾਂ ਉਸ ਦੇ ਵਿੱਚ ਸ੍ਰੀ ਰਾਗ ਮਹਿਲਾ ਪਹਿਲਾ ਵਿੱਚ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ, ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਤਾਕ। ਔਰ ਉਹਨਾਂ ਨੇ ਸਪਸ਼ਟ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਜਿੰਨੇ ਵੀ ਸ਼ਸਤਰ ਨੇ ਇਹਨਾਂ ਨੂੰ ਤੁਸੀਂ
ਆਪਣੀ ਵਰਚੂਸ ਦੇ ਵਿੱਚ ਸ਼ਾਮਿਲ ਕਰੋ। ਬੀ ਵਰਚੁਅਸ। ਅਗਰ ਤੁਹਾਡੇ 'ਚ ਡਿਵਾਈਨ ਵਰਚੂਸ ਹੈਗੀਆਂ ਨੇ ਤਾਂ ਇਹ ਤੁਹਾਡੇ ਵਾਸਤੇ ਤਰਕਸ ਵੀ ਹੈ, ਤੀਰ ਵੀ ਹੈ, ਤੇਗਬੰਦ ਵੀ ਹੈ, ਔਰ ਤੁਹਾਡੇ ਲਈ ਸਾਰੀ ਜੀਵਨ ਵਿੱਚ ਸਹਾਈ ਵੀ ਹੈ। ਇਸੇ ਤਰ੍ਹਾਂ ਅੱਗੇ ਫਿਰ ਉਹਨਾਂ ਨੇ ਇੱਕ ਜਗ੍ਹਾ ਮਾਰੂ ਰਾਗ 'ਚ ਵੀ ਲਿਖਿਆ, ਗਿਆਨ ਖੜਗ ਲੈ ਮਨ ਸਿਉ ਲੂਝੇ, ਮਨਸਾ ਮਨੈ ਸਮਾਈ। ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਦੇ ਵਿੱਚ ਜਿਹੜੇ ਮਾੜੇ ਵਿਚਾਰ ਨੇ ਉਹਨਾਂ ਦੇ ਨਾਲ ਸਟਰਗਲ ਕਰੋ, ਉਹਨਾਂ ਨੂੰ ਫਾਈਟ ਕਰੋ, ਔਰ ਇਹਨਾਂ ਨੂੰ ਵਿਚਾਰਾਂ ਨੂੰ ਆਪਣੇ ਮਨ ਵਿੱਚ ਐਬਜ਼ੌਰਬ ਕਰ ਲਓ। ਮਨੇ ਸਮਾਈ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਵੀ ਫਰਮਾ ਰਹੇ ਨੇ, ਸਤਗੁਰ ਕਾ ਖੜਗ ਸੰਜੋ। ਸੋ ਸੰਜੋ ਇਜ਼ ਦੀ ਆਰਮਰ ਵਿਚ ਪ੍ਰੋਟੈਕਟਸ ਦੀ ਬਾਡੀ। ਸੋ ਉਹ ਕਹਿੰਦੇ ਨੇ ਕਿ ਤੁਸੀਂ ਖੜਗ ਨੂੰ, ਸਵੋਰਡ ਨੂੰ ਔਰ ਆਪਣੀ ਆਰਮਰ ਬਣਾਓ, ਆਪਣੇ ਆਪ ਨੂੰ ਬਚਾਓ ਉਸ ਗੁਰੂ ਦੇ ਗਿਆਨ ਦੀ ਖੜਗ ਦੇ ਨਾਲ। ਉਸੇ ਨਾਲ ਹੀ ਤੁਹਾਡੇ ਸਾਰੇ ਡਰ ਔਰ ਹੋਰ ਜਿੰਨੇ ਵੀ ਕਸ਼ਟ ਨੇ ਉਹ ਦੂਰ ਹੋਣਗੇ। ਹੁਣ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਗੁਰੂ ਸਾਹਿਬ ਨੇ ਜੰਗ ਕਿਸੇ ਸੰਸਾਰਿਕ ਪ੍ਰਾਪਤੀ ਵਾਸਤੇ ਨਹੀਂ ਬਲਕਿ ਅਨਿਆਂ ਦੇ ਵਿਰੁੱਧ ਕੀਤਾ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਰਾਗ ਭੈਰੋਂ 'ਚ ਫਰਮਾਇਆ, ਤੋ ਕੜੀਏ ਜੇ ਅਨਿਆਏ ਕੋ ਕਰਤਾ ਮਰਤਾ। ਜੇ ਕੋਈ ਵਿਅਕਤੀ ਅਨਿਆਏ ਦੇ ਕਾਰਨ ਮਰਦਾ ਹੈ ਤਾਂ ਮੈਨੂੰ ਦੁੱਖ ਹੁੰਦਾ। ਕੜੀਏ ਤੋ ਕੜੀਏ ਜੇ ਅਨਿਆਏ ਕੋ ਮਰਤਾ। ਔਰ ਭਾਈ ਗੁਰਦਾਸ ਜੀ ਨੇ ਵੀ ਇਸੇ ਬਾਰੇ ਲਿਖਿਆ ਹੈ ਕਿ ਅਗਰ ਖੇਤ ਨੂੰ ਹੀ ਵਾੜ ਹੀ ਉਸਦੀ ਖਾਣ ਲੱਗ ਪਏ, ਜਿਸ ਨੇ ਕਿ ਉਹਦੀ ਰੱਖਿਆ ਕਰਨੀ ਹੈ, ਖੇਤੇ ਕੋ ਖਾਏ ਵਾਰ ਕੌਣ ਧਾਏ ਰੱਖਣਹਾਰ। ਕੌਣ ਆਏਗਾ ਉਸ ਦੀ ਰੱਖਿਆ ਕਰਨ ਵਾਸਤੇ। ਔਰ ਅੱਗੇ ਉਹ ਦੱਸ ਰਹੇ ਨੇ ਆਪਣੇ ਉਸ ਜ਼ਮਾਨੇ ਦੇ ਹੁਕਮਰਾਨਾਂ ਬਾਰੇ ਕਿ ਚੱਕਰਵੇ ਕਰੇ ਅਨਿਆਓ, ਜਿਹੜੇ ਰੂਲਰਸ ਸਨ ਉਸ ਸਮੇਂ ਦੇ ਵਿੱਚ, ਜਦੋਂ ਉਹਨਾਂ ਲਿਖਿਆ ਕਿ ਅਗਰ ਉਹੀ ਅਨਿਆਏ ਕਰਨ ਤੇ ਪੁੱਛੇ ਕੌਣ ਸਾਖੀ। ਫਿਰ ਵਿਟਨੈਸ ਕੌਣ ਬਣੇਗਾ, ਕੌਣ ਉਹਨਾਂ ਦੀ ਪ੍ਰੋਟੈਕਸ਼ਨ ਕਰੇਗਾ। ਹੁਣ ਤੁਸੀਂ ਅੱਗੇ ਆਓ ਕਿ ਤਲਵਾਰ ਦੇ ਬਾਰੇ ਸਾਡੇ ਬਾਣੀ ਵਿੱਚ ਔਰ ਅਰਦਾਸ ਵਿੱਚ ਔਰ ਕਈ ਜਗ੍ਹਾ ਇੱਕ ਵਰਡ ਭਗਉਤੀ ਵਰਤਿਆ ਜਾਂਦਾ ਹੈ। ਸੋ ਕਈ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸ਼ਾਇਦ ਇਹ ਭਗਵਤੀ ਤੋਂ ਬਣਿਆ ਹੈ ਜਾਂ ਕਿਸੇ ਦੇਵੀ ਦੇਵਤਾ ਦਾ ਇਸ ਵਿੱਚ ਸੰਕੇਤ ਹੈ। ਸੋ ਐਸਾ ਨਹੀਂ ਹੈ। ਭਾਈ ਗੁਰਦਾਸ ਦੀ ਵੀ ਵਾਰਾਂ ਦੇ ਵਿੱਚ ਇਹ ਆਉਂਦਾ ਹੈ ਕਿ ਲੋਹੇ ਦੀ ਤਲਵਾਰ ਤੋਂ ਹੀ ਇਹ ਭਗਉਤੀ ਵਰਡ ਆਇਆ ਹੈ। ਔਰ ਇਹ ਇੱਕ ਅਲੰਕਾਰ ਹੈ, ਇੱਕ ਮੈਥਡ ਆਫ ਪ੍ਰੈਜੈਂਟੇਸ਼ਨ ਇਨ ਲਿਟਰੇਚਰ ਹੈ। ਔਰ ਜੇ ਤੁਸੀਂ ਸਿੱਖ ਇਤਿਹਾਸ ਨੂੰ ਦੇਖੋ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀਆਂ ਦੋ ਤਲਵਾਰਾਂ ਪਹਿਨੀਆਂ, ਕਿ ਉਸ ਦਾ ਕੀ ਕਾਰਨ ਸੀ। ਗੁਰੂ ਸਾਹਿਬ ਨੇ ਅੱਛੇ ਗੁਣਾਂ ਦੇ ਨੂੰ ਹਥਿਆਰ ਬਣਾ ਕੇ ਦੱਸਣ ਦੀ ਗੱਲ ਪਹਿਲੇ ਗੁਰੂ ਗ੍ਰੰਥ ਸਾਹਿਬ ਵਿੱਚ ਕਹੀ, ਪਰ ਅਨਿਆਂ ਬੰਦ ਨਹੀਂ ਹੋਇਆ। ਦੁਨੀਆ ਤੇ ਜ਼ੁਲਮ ਔਰ ਅਨਿਆਂ ਹੁੰਦਾ ਰਿਹਾ। ਇਹ ਬਾਬਰ ਤੋਂ ਸ਼ੁਰੂ ਹੋਇਆ, ਔਰੰਗਜ਼ੇਬ ਤੱਕ ਚੱਲਦਾ ਰਿਹਾ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੜੀ ਵੱਡੀ ਇੱਕ ਸ਼ਹਾਦਤ ਉਹਨਾਂ ਨੇ ਦਿੱਤੀ ਇਸ ਅਨਿਆਂ ਦੇ ਖਿਲਾਫ। ਸੋ ਇੱਥੇ ਤੱਕ ਗੱਲ ਪੀਰੀ ਦੀ ਸੀ। ਉਸ ਤੋਂ ਬਾਅਦ ਫਿਰ ਇੱਕ ਤਲਵਾਰ ਤਾਂ ਉਹਨਾਂ ਨੇ
ਪੀਰੀ ਦੀ ਸੀ, ਅਧਿਆਤਮਕ ਗੱਲਬਾਤ ਦੀ ਸੀ, ਜਿਨ੍ਹਾਂ ਦਾ ਮੈਂ ਪਿੱਛੇ ਜ਼ਿਕਰ ਕੀਤਾ। ਫਿਰ ਦੂਸਰੀ ਤਲਵਾਰ ਉਹਨਾਂ ਨੇ ਮੀਰੀ ਦੀ ਪਹਿਨੀ। ਮੀਰੀ ਦਾ ਮਤਲਬ ਹੈ ਕਿ ਰਾਇਲ ਕਮਾਂਡ, ਔਰ ਦੁਨੀਆ ਦੇ ਵਿੱਚ ਤਾਕਤ ਦੇ ਨਾਲ, ਇੱਜ਼ਤ ਦੇ ਨਾਲ ਜੀ ਸਕਣ ਦਾ ਤਰੀਕਾ। ਸੋ ਉਹਨਾਂ ਨੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ 2200 ਦੇ ਕਰੀਬ ਘੋੜਸਵਾਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ। ਅਕਾਲ ਤਖਤ ਦੀ ਉਹਨਾਂ ਸਿਰਜਣਾ ਕੀਤੀ, ਔਰ ਆਪਣੇ ਦਰਬਾਰ ਦੇ ਵਿੱਚ ਸ਼ਸਤਰਾਂ ਤੇ ਘੋੜਿਆਂ ਦੀ ਭੇਟਾ ਉਹਨਾਂ ਨੇ ਸਵੀਕਾਰ ਕੀਤੀ। ਔਰ ਉਹ ਦੋ ਜੰਗਾਂ ਉਹਨਾਂ ਨੇ ਲੜੀਆਂ। 1628 ਵਿੱਚ ਅੰਮ੍ਰਿਤਸਰ ਦੀ ਜੰਗ ਸਮੇਂ ਉਹਨਾਂ ਨੇ ਇੱਕੋ ਵਾਰ ਨਾਲ ਆਪਣੀ ਤਲਵਾਰ ਨਾਲ ਮੁਖਲਿਸ ਖਾਨ, ਜੋ ਉਹਨਾਂ ਦੇ ਉੱਤੇ ਹਮਲਾ ਕਰਨ ਆਇਆ ਸੀ 7000 ਫੌਜ ਲੈ ਕੇ, ਉਸ ਦੀ ਗਰਦਨ ਨੂੰ ਉਹਨਾਂ ਨੇ ਇੱਕ ਹੀ ਵਾਰ ਨਾਲ ਅਲੱਗ ਕਰ ਦਿੱਤਾ। ਜਿਸ ਦਾ ਨਤੀਜਾ ਕੀ ਹੋਇਆ ਕਿ ਹਾਲਾਂਕਿ ਗੁਰੂ ਸਾਹਿਬ ਕੋਲ ਫੌਜ ਬਹੁਤ ਘੱਟ ਸੀ, ਲੇਕਿਨ ਜਦ ਜਨਰਲ ਮੁਖਲਿਸ ਖਾਨ ਜਿਹੜਾ ਸੀ, ਉਸ ਨੂੰ ਉਹਨਾਂ ਨੇ ਉਹਦੀ ਗਰਦਨ ਕੱਟੀ, ਤਾਂ ਉਸ ਦੇ ਨਾਲ ਸਾਰੇ 7000 ਦੇ 7000 ਉਸ ਦੇ ਫੌਜੀ ਭੱਜ ਉੱਠੇ। ਇਸੇ ਤਰ੍ਹਾਂ 1635 ਵਿੱਚ ਕਰਤਾਰਪੁਰ ਦੀ ਜੰਗ ਹੋਈ, ਜਿਸ ਵਿੱਚ ਪੈਂਦੇ ਖਾਨ ਨੂੰ ਉਹਨਾਂ ਨੇ ਇਸੇ ਤਰੀਕੇ ਨਾਲ ਮਾਰਿਆ, ਔਰ ਉਸ ਦੇ ਸ਼ਾਹਜਹਾਨ ਨੇ ਉਸ ਨੂੰ ਭੇਜਿਆ ਸੀ। ਉਹ ਸ਼ਾਹਜਹਾਨ ਦੀ ਭੇਜੀ ਹੋਈ ਬੜੀ ਵੱਡੀ ਫੌਜ ਜਿਹੜੀ ਸੀ, ਉਹ ਵੀ ਭੱਜ ਉੱਠੀ। ਸੋ ਇਹ ਇੱਕ ਭਗੌਤੀ ਜਿਹੜੀ ਹੈ, ਇਹ ਇੱਕ ਤਲਵਾਰ ਹੈ, ਜਿਸ ਨੂੰ ਕਿ ਗੁਰੂ ਸਾਹਿਬ ਨੇ ਵਰਤਨ ਦੀ ਜਾਂਚ ਦੱਸੀ, ਉਸ ਦੀ ਜ਼ਰੂਰਤ ਦੱਸੀ। ਔਰ ਇਸ ਤੋਂ ਅੱਗੇ ਹੁਣ ਤੁਸੀਂ ਆਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਸਾਹਿਬਜ਼ਾਦਿਆਂ ਨੇ ਪਹਿਲੇ ਚਮਕੌਰ ਦੀ ਜੰਗ ਵਿੱਚ ਤਲਵਾਰ ਦੇ ਜੌਹਰ ਦਿਖਾਏ, ਔਰ ਬੜੇ ਬਹਾਦਰੀ ਨਾਲ ਲੜੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੰਨੀਆਂ ਵੀ ਜੰਗਾਂ ਜਿੱਤੀਆਂ, ਉਹ ਤਲਵਾਰ ਦੇ ਜ਼ੋਰ ਨਾਲ ਜਿੱਤੀਆਂ। ਚਾਹੇ ਉਹ ਭੰਗਾਣੀ ਦੀ ਯੁੱਧ ਸੀ, ਉਸ ਵਕਤ ਉਹਨਾਂ ਦੀ ਸਿਰਫ 22 ਸਾਲ ਦੀ ਉਮਰ ਸੀ ਜਦ ਉਹਨਾਂ ਨੇ ਭੰਗਾਣੀ ਦਾ ਯੁੱਧ ਜਿੱਤਿਆ। ਫਿਰ ਨਦੌਣ ਦੇ ਵਿੱਚ 25 ਸਾਲ ਦੀ ਏਜ ਸੀ। ਫਿਰ ਚਮਕੌਰ ਸਾਹਿਬ ਦੇ ਵਿੱਚ, ਜਿੱਥੇ ਕਿ ਉਹਨਾਂ ਦੇ ਨਾਲ ਪੰਜ ਪਿਆਰੇ ਵੀ ਵਿੱਚੋਂ ਵੀ ਚਾਰ ਸਨ। ਔਰ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਜਦ ਉਹਨਾਂ ਨੇ ਕਿਲ੍ਹਾ ਛੱਡਿਆ, ਔਰ ਜਦ ਮੁਕਤਸਰ ਗਏ ਨੇ, ਉਸ ਇਹਨਾਂ ਜੰਗਾਂ ਵਿੱਚ ਵੀ ਉਹਨਾਂ ਨੇ ਆਪਣੀ ਤਲਵਾਰ ਦਾ ਜੌਹਰ ਜ਼ਰੂਰ ਦਿਖਾਇਆ, ਔਰ ਤਲਵਾਰ ਦੇ ਨਾਲ ਹੀ ਜਿੱਤਾਂ ਪ੍ਰਾਪਤ ਕੀਤੀਆਂ। ਸੋ ਬੇਸ਼ੱਕ ਉਹਨਾਂ ਨੂੰ ਸੰਤ ਸਿਪਾਹੀ ਕਿਹਾ ਜਾਂਦਾ ਹੈ, ਪਰ ਉਹਨਾਂ ਦੇ ਮਨ 'ਚ ਸ਼ਸਤਰਾਂ ਲਈ ਬਹੁਤ ਸਤਿਕਾਰ ਸੀ। ਜਿਹੜਾ ਜ਼ਫਰਨਾਮੇ ਵਿੱਚ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਲਿਖਿਆ ਕਿ ਤੂੰ ਧੋਖਾ ਕੀਤਾ ਹੈ ਮੇਰੇ ਨਾਲ, ਆਪਣਾ ਪ੍ਰਣ ਕਰਕੇ, ਵਚਨ ਕਰਕੇ ਕਿ ਤੁਸੀਂ ਕਿਲ੍ਹਾ ਛੱਡੋਗੇ ਤਾਂ ਤੁਹਾਡੇ ਤੇ ਹਮਲਾ ਨਹੀਂ ਹੋਏਗਾ। ਉਸ ਤੋਂ ਬਾਅਦ ਤੂੰ ਆਪਣੀ ਜ਼ੁਬਾਨ ਤੋਂ ਮੁੱਕਰ ਗਿਆ ਹੈ, ਔਰ ਜਦ ਹੁਣ ਮੇਰੇ ਪਾਸ ਹੋਰ ਕੋਈ ਤਰੀਕਾ ਬਾਕੀ ਨਹੀਂ ਬਚਿਆ, ਤੇ ਅਖੀਰ ਦੇ ਵਿੱਚ ਮੈਨੂੰ ਹੁਣ ਤਲਵਾਰ ਦਾ ਸਹਾਰਾ ਲੈਣਾ ਪਿਆ। ਸੋ ਇਹ ਉਹਨਾਂ ਨੇ ਦੱਸਿਆ ਕਿ ਮੈਨੂੰ ਜੰਗ ਕਰਨ ਦੀ ਲੋੜ ਕਿਉਂ ਪਈ। ਉਹਦਾ ਪਰਪਸ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਬੋਲਣਾ ਸੀ। ਕਿਸੇ ਧਰਮ ਦਾ ਪਰਿਵਰਤਨ ਕਰਨ ਵਾਸਤੇ ਉਹਨਾਂ ਤਲਵਾਰ ਨਹੀਂ ਚੁੱਕੀ। ਇਸੇ ਤਰ੍ਹਾਂ ਜ਼ੁਲਮ, ਜਬਰ ਔਰ ਬੇਇਨਸਾਫੀ ਨੂੰ ਰੋਕਣ ਵਾਸਤੇ, ਕਿਸੇ ਉੱਤੇ ਜ਼ੁਲਮ ਕਰਨ ਵਾਸਤੇ ਨਹੀਂ ਸੀ ਤਲਵਾਰ। ਔਰ ਆਪਣੇ ਉੱਤੇ ਹੋਏ ਹਮਲੇ ਦੇ ਜਵਾਬ ਲਈ ਉਹਨਾਂ ਨੇ ਤਲਵਾਰ ਚੁੱਕੀ। ਕਿਸੇ ਦੀ ਕੋਈ ਦੌਲਤ ਜਾਂ ਜ਼ਮੀਨ
ਜਾਂ ਕੋਈ ਚੀਜ਼ ਜਾਇਦਾਦ ਲੁੱਟਣ ਦੀ ਵਾਸਤੇ ਨਹੀਂ, ਜੋ ਕਿ ਦੁਨੀਆ ਤੇ ਅੱਜ ਤੱਕ ਹੁੰਦਾ ਹੈ। ਸੋ ਭਗਉਤੀ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇਸ ਨੂੰ ਕਈ ਲੋਕ ਮਿਸ ਅੰਡਰਸਟੈਂਡ ਕਰਦੇ ਨੇ, ਕਈ ਡੈਲੀਬਰੇਟਲੀ ਇਸ ਨੂੰ ਮਿਸ ਰਿਪਰੈਜ਼ੈਂਟ ਵੀ ਕਰਦੇ ਨੇ ਸਿੱਖਾਂ ਦੇ ਖਿਲਾਫ, ਕਿ ਇਹ ਕੋਈ ਡੀਆਈਟੀ ਹੈ, ਕੋਈ ਦੇਵੀ ਦੇਵਤਾ ਹੈ। ਤਾਂ ਐਸਾ ਨਹੀਂ ਹੈ। ਜਿੱਦਾਂ ਮੈਂ ਪਹਿਲੇ ਕਿਹਾ, ਇਹ ਇੱਕ ਅਲੰਕਾਰ ਹੈ ਜਿਸ ਨੂੰ ਅਸੀਂ ਮੈਟਾਫਰ ਵੀ ਕਹਿ ਸਕਦੇ ਹਾਂ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਅਰਦਾਸ ਲਿਖੀ ਹੈ, ਉਹਦੇ ਵਿੱਚ ਉਹ ਪਹਿਲੇ ਪ੍ਰਥਮ ਭਗਉਤੀ ਸਿਮਰ ਕੇ ਇੱਥੋਂ ਸ਼ੁਰੂ ਕਰਦੇ ਨੇ ਕਿ ਮੈਂ ਪਹਿਲੇ ਪਰਮਾਤਮਾ ਨੂੰ ਸਿਮਰਨ ਕਰਦਾ ਹਾਂ। ਔਰ ਪਰਮਾਤਮਾ, ਔਰ ਸਵੋਰਡ ਜਿਹੜੀ ਹੈ, ਤਲਵਾਰ ਜਿਹੜੀ ਹੈ, ਉਹ ਇੱਕ ਪਰਮਾਤਮਾ ਦੀ ਸ਼ਕਤੀ ਦਾ ਰੂਪ ਹੈ। ਉਸ ਤੋਂ ਬਾਅਦ ਉਹ ਗੁਰੂ ਸਾਹਿਬਾਨ ਤੇ ਦੂਸਰੇ ਗੁਰੂ ਨਾਨਕ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਉਹਨਾਂ ਨੂੰ ਯਾਦ ਕਰਨ ਦੀ, ਉਹਨਾਂ ਨੂੰ ਸਿਮਰਨ ਕਰਨ ਦੀ ਗੱਲ ਬਾਅਦ 'ਚ ਕਰਦੇ ਨੇ। ਪਰ ਪਹਿਲੇ ਪਰਮਾਤਮਾ ਨੂੰ ਯਾਦ ਕਰਦੇ ਨੇ। ਔਰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਉਹ ਤਲਵਾਰ ਨੂੰ ਭਗਉਤੀ ਦੇ ਰੂਪ ਵਿੱਚ ਪ੍ਰੈਜ਼ੈਂਟ ਕਰਦੇ। ਗੁਰੂ ਸਾਹਿਬ ਇੱਕ ਬੜੇ ਤੇਗ ਦੇ ਧਨੀ ਸਨ। ਹਾਲਾਂਕਿ ਉਹਨਾਂ ਦੇਗ ਤੇਗ ਫਤਿਹ ਇਹ ਵਰਡ, ਇਹ ਫਰੇਜ਼ ਯੂਜ਼ ਕੀਤੀ ਹੈ। ਦੋਨੋਂ ਦੇਗ ਨੂੰ ਵੀ ਔਰ ਤੇਗ ਨੂੰ ਵੀ ਉਹਨਾਂ ਨੇ ਬੜੀ ਇੰਪੋਰਟੈਂਸ ਦਿੱਤੀ ਹੈ। ਔਰ ਉਹਨਾਂ ਦੀ ਤੇਗ ਦੇ ਬਾਰੇ ਭਾਈ ਨੰਦ ਲਾਲ ਜੀ ਨੇ ਵੀ ਇਹ ਗੱਲ ਲਿਖੀ ਹੈ ਕਿ ਤੇਗ ਰਾ ਫਤਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੇਗ ਦੇ ਧਨੀ ਹਨ ਔਰ ਉਹਨਾਂ ਦੀ ਫਤਿਹ ਦਾ ਕਾਰਨ ਉਹਨਾਂ ਦੀ ਇਹ ਐਕਸਪਰਟਾਈਜ਼, ਇਹ ਮਹਾਰਤ ਔਰ ਇਹ ਤੇਗ ਹੈ। ਔਰ ਬੜੀ ਛੋਟੀ ਉਮਰ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਉਹਨਾਂ ਨੇ ਇਹ ਜਿਹੜੇ ਜੰਗ ਜਿੱਤੇ, ਉਸ ਦਾ ਵੱਡਾ ਕਾਰਨ ਉਹਨਾਂ ਦੇ ਤੇਗ ਦੀ ਮਹਾਰਤ, ਉਹਨਾਂ ਦਾ ਜੌਹਰ ਸੀ। ਔਰ ਇਸ ਦੇ ਨਾਲ ਹੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਉਹਨਾਂ ਦੀ ਲਾਈਫ ਦੀ ਹੈ, ਉਹ ਹੈ ਖਾਲਸੇ ਦੀ ਸਿਰਜਣਾ, ਵਿਸਾਖੀ 1699 'ਚ। ਔਰ ਇਸ ਦੇ ਵਿੱਚ ਵੀ ਉਹਨਾਂ ਨੇ ਕੋਈ ਨਿਰੇ ਪਤਾਸੇ ਘੋਲ ਕੇ ਜਾਂ ਕੋਈ ਹੋਰ ਕੋਈ ਇਹੋ ਜਿਹੀ ਚੀਜ਼ ਨਹੀਂ, ਉਹਨਾਂ ਨੇ ਖੰਡੇ ਦੀ ਪਾਹੁਲ ਜਿਹੜੀ ਹੈ ਉਸ ਨੂੰ ਉਹਨਾਂ ਨੇ ਵਰਤ ਕੇ ਤੇ ਉਹਦੇ ਨਾਲ ਖਾਲਸੇ ਦੀ ਸਿਰਜਣਾ ਕੀਤੀ। ਫਿਰ ਉਹ ਦਸਮ ਗ੍ਰੰਥ ਵਿੱਚ ਵੀ ਗੁਰੂ ਸਾਹਿਬ ਨੇ ਬੜੀ ਵਾਰ ਤੇਗ ਦਾ, ਤਲਵਾਰ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਲ ਕਾਰਣਯਮ ਨਮੋ ਖੜਗ ਪਾਣਮ, ਜਿਸਨੇ ਖੜਗ ਪਹਿਨੀ ਹੋਈ ਹੈ ਉਸ ਨੂੰ, ਪਰਮਾਤਮਾ ਨੂੰ ਉਹ ਕਹਿੰਦੇ ਨੇ। ਐਂਡ ਹੂ ਇਜ਼ ਦੀ ਸੋਰਸ ਆਫ ਆਲ ਪਾਵਰ, ਉਹ ਕਹਿੰਦੇ ਨੇ ਆਈ ਸੈલ્ਯੂਟ ਦੀ ਵਿਲਡਰ, the wielder of that sword, जो उसने एक कृपान या खड़ग पहनी हुई। नमो देव देवम, ਨਮੋ ਖੜਗਧਾਰੀ, ਉਸ ਨੂੰ ਉਹ ਖੜਗਧਾਰੀ ਕਹਿੰਦੇ ਨੇ ਪਰਮਾਤਮਾ ਨੂੰ, ਜੋ ਦੇਵਤਿਆਂ ਦਾ ਵੀ ਦੇਵਤਾ ਹੈ। या कल में सब कल कृपान की भारी पुजान को ਭਾਰੀ ਭਰੋਸਾ। ਉਹ ਕਹਿੰਦੇ ਨੇ ਕਿ ਇਸ ਕਲਯੁਗ ਦੇ ਵਿੱਚ ਸਿਰਫ ਪਾਵਰ ਆਫ ਦੀ ਸਵੋਰਡ ਜਿਹੜਾ ਹੈ, ਇਹੀ ਕਲਾ ਹੈ। ਪਹਿਲਾ ਵਰਡ ਕਲਾ, ਕਲ ਜਿਹੜਾ ਹੈ ਉਹ ਕਲਯੁਗ ਲਈ ਹੈ। ਤੇ ਦੂਸਰਾ ਹੈ ਸਭ ਕਲ, ਸਭ ਕਲ ਮੈਨੇ ਆਲ ਦੀ ਪਾਵਰ ਕਿਰਪਾਨ ਦੀ ਹੈ। ਔਰ ਇਸੇ ਨੂੰ ਭਾਰੀ ਭਰੋਸੇ, ਇਸ ਦੇ ਉੱਤੇ ਮੈਂ ਟਰਸਟ ਕਰ ਸਕਦਾ। ਅਗਰ ਤੁਹਾਡੀਆਂ ਬਾਹਾਂ ਵਿੱਚ ਔਰ ਤੁਹਾਡੇ ਮਨ ਵਿੱਚ ਜ਼ੋਰ ਹੈ, ਤਾਕਤ ਹੈ, determination ਹੈ। If you have strength in your arms and you have determination,
ਇਹ ਹੈ ਦਸਮ ਗ੍ਰੰਥ ਦੇ ਵਿੱਚ ਜਿਹੜਾ ਉਹਨਾਂ ਨੇ ਕਿਰਪਾਨ ਔਰ ਸ਼ਸਤਰਾਂ ਦੇ ਬਾਰੇ ਲਿਖਿਆ ਹੈ। ਅੱਗੇ ਹੁਣ ਅਸੀਂ ਆਨੇ ਆ ਕਿ ਸ਼ਸਤਰ ਨਾਮ ਮਾਲਾ ਕੀ ਹੈ। ਇਸ ਵਿੱਚ 5 ਚੈਪਟਰ ਨੇ, 5 ਅਧਿਆਏ ਨੇ, ਔਰ ਸ਼ੁਰੂ ਉਹ ਇਸ ਗੱਲ ਤੋਂ ਕਰਦੇ ਨੇ ਕਿ ਜਿਸ ਵਿਅਕਤੀ ਵਿੱਚ ਅਧਿਆਤਮਕਤਾ ਦਾ ਆਧਾਰ ਹੈ, ਸ਼ਸਤਰ ਵਰਤਨ ਦਾ ਅਖਤਿਆਰ ਉਸੇ ਨੂੰ ਹੈ। ਇਮੋਰਲ ਆਬਜੈਕਟਿਵਸ ਨਾਲ ਜਾਂ ਇਮੋਰਲ ਕਰੈਕਟਰ ਵਾਲੇ ਬੰਦੇ ਨੂੰ ਸ਼ਸਤਰ ਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਉਹ ਆਪਣੇ ਮੰਗਲਾਚਰਨ 'ਚ ਇਸ ਗੱਲ ਨੂੰ ਕਹਿੰਦੇ ਨੇ ਕਿ ਵਰਤੋਂ ਲਈ ਸ਼ਸਤਰਾਂ ਦੇ ਅਧਿਆਤਮਕਤਾ ਦਾ ਆਧਾਰ ਜ਼ਰੂਰੀ ਹੈ। ਸੋ ਉਹ ਸ਼ੁਰੂ ਇੱਥੋਂ ਕਰਦੇ ਨੇ ਅਥ, ਉਹ ਆਪਣੀ ਇੱਕ ਕਿਸਮ ਦੇ ਨਾਲ ਸੀਲ ਉਸ ਉੱਤੇ ਲਗਾਉਂਦੇ ਨੇ ਕਿ ਇਹ ਦਿਸ ਇਜ਼ ਐਨ ਆਥੈਂਟਿਕ ਡਾਕੂਮੈਂਟ। ਅਥ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣ ਲਿਖੇ ਤੇ ਪਾਤਸ਼ਾਹੀ 10ਵੀਂ, ਕਿ ਉਹ ਖੁਦ ਕਹਿੰਦੇ ਨੇ ਕਿ ਮੈਂ ਲਿਖਿਆ ਸ਼ਸਤਰਾਂ ਦੇ ਨਾਮਾਂ ਦੀ ਮਾਲਾ। ਔਰ ਪੁਰਾਣ ਤੋਂ ਇੱਥੇ ਅਰਥ ਹੈ ਗਿਆਨ। ਸਭ ਤੋਂ ਪਹਿਲੇ ਜਿਹੜੇ ਪੇਜਸ ਨੇ ਇਸ ਦੇ 27 ਪੇਜਸ ਦੇ ਵਿੱਚ ਉਹ ਸ਼ਸਤਰਾਂ ਦੇ ਪ੍ਰਕਾਰਾਂ ਦੀ ਜ਼ਿਕਰ ਕਰਦੇ ਨੇ ਕਿ ਕਿੰਨੇ ਪ੍ਰਕਾਰ ਦੇ ਸ਼ਸਤਰ ਹਨ, ਉਹਨਾਂ ਦੇ ਨਾਮ ਕੀ ਨੇ, ਨਾਮ ਮਾਲਾ, ਔਰ ਉਹਨਾਂ ਦੇ ਗੁਣਾਂ ਬਾਰੇ, ਉਹਨਾਂ ਦੀ ਵਡਿਆਈ ਬਾਰੇ ਗੁਰੂ ਸਾਹਿਬ ਆਪਣੀ ਇਸ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਅੱਗੇ 28 ਤੋਂ 56 ਪੇਜ ਤੱਕ ਉਹ ਕਿਰਪਾਨ ਔਰ ਖੰਡੇ ਦੇ ਬਾਰੇ ਜ਼ਿਕਰ ਕਰਦੇ ਨੇ। ਕਈ ਕਿਸਮ ਦੀਆਂ ਕਿਰਪਾਨਾਂ ਨੇ, ਦੁਧਾਰੀ ਹੈ, ਕਰਵਡ ਹੈ, ਹੋਰ ਤਰ੍ਹਾਂ ਦੀਆਂ ਕਈ ਕਿਰਪਾਨਾਂ ਨੇ, ਔਰ ਕਈ ਕਿਸਮ ਦੇ ਖੰਡੇ ਹੁੰਦੇ ਨੇ। ਉਹਨਾਂ ਸਾਰਿਆਂ ਦੇ ਨਾਮ ਲਿਖੇ ਨੇ, ਔਰ ਫਿਰ ਇਹ ਦੱਸੇ ਕਿ ਹਾਊ ਮੈਨੀ ਫਾਰਮਸ, ਕਿੱਥੇ ਵਰਤਣੇ ਨੇ, ਉਹਨਾਂ ਦੀ ਕੀ ਵਡਿਆਈ ਹੈ, ਕੀ ਗੁਣ ਨੇ ਉਹਨਾਂ ਦੇ ਵਿੱਚ, ਉਹਨਾਂ ਨਾਲ ਕੀ ਕੁਝ ਅਚੀਵ ਕੀਤਾ ਜਾ ਸਕਦਾ। ਤੇ ਅਗਲੇ ਚੈਪਟਰ ਵਿੱਚ ਫਿਰ ਉਹ 57 ਤੋਂ 74 ਤੱਕ ਚੱਕਰ, ਜਿਸ ਨੂੰ ਇੰਗਲਿਸ਼ ਵਿੱਚ ਕੁਆਇਟ ਕਹਿੰਦੇ ਨੇ, QUOIT, ਕੁਆਇਟ। ਇਹ ਚੱਕਰ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਕ੍ਰਿਸ਼ਨ ਜੀ ਦੇ ਟਾਈਮ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ ਉਹਨਾਂ ਨੇ ਜਿਹੜੇ ਮਹਾਭਾਰਤ ਦਾ ਯੁੱਧ ਹੋਇਆ ਉਹਦੇ ਵਿੱਚ ਵੀ ਇਹ ਸੁਦਰਸ਼ਨ ਚੱਕਰ ਉਹਨਾਂ ਨੇ ਵਰਤਿਆ, ਉਹਦਾ ਜ਼ਿਕਰ ਹੈ। ਇਹ ਉਹੀ ਚੱਕਰ ਦੀ ਗੱਲ ਹੈ। ਇਹ ਹੱਥ ਨਾਲ ਸੁੱਟੇ ਜਾਣ ਵਾਲਾ ਇੱਕ ਸ਼ਸਤਰ ਹੈ, ਔਰ ਇਸ ਨੂੰ ਸੁੱਟਣ ਦੀ ਇੱਕ ਬੜਾ ਸਪੈਸ਼ਲ ਤਰੀਕਾ ਹੈ। ਐਸਾ ਤਰੀਕਾ ਹੈ ਕਿ ਜਿਸ ਵਕਤ ਇਸ ਨੂੰ ਘੁਮਾ ਕੇ ਸੁੱਟਿਆ ਜਾਂਦਾ ਹੈ ਇੱਕ ਚੱਕਰ ਨੂੰ, ਤਾਂ ਇੱਕ ਨਹੀਂ ਸੈਂਕੜੇ ਦੁਸ਼ਮਣ ਦੇ ਫੌਜੀ ਜਿਹੜੇ ਸਾਹਮਣੇ ਉਸ ਦੇ ਸਰਕਲ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੀਆਂ ਗਰਦਨਾਂ ਨੂੰ ਉਹ ਉਤਾਰ ਦਿੰਦਾ ਹੈ। ਅੱਗੇ ਫਿਰ ਗੁਰੂ ਸਾਹਿਬ ਨੇ ਬਾਣ, ਤੀਰ ਕਮਾਨ ਦੀ ਗੱਲ ਕੀਤੀ ਹੈ। ਭਾਲੇ ਜਿਹੜੇ ਕਿ ਦੂਰੋਂ ਸੁੱਟੇ ਜਾਂਦੇ ਨੇ, ਉਹਨਾਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਔਰ ਬਰਛੇ ਜਿਹੜੇ ਨੇ, ਨੇਜ਼ੇ, ਬਰਛੇ, ਸਪੇਅਰਸ ਜਿਸਨੂੰ ਕਹਿ ਸਕਦੇ, ਉਹਨਾਂ ਦੇ ਵਰਤਨ ਦਾ ਢੰਗ ਦੱਸਿਆ ਹੈ, ਉਹਨਾਂ ਦੇ ਫਾਰਮਸ ਦੱਸੀਆਂ ਨੇ, ਔਰ ਉਹਨਾਂ ਨਾਲ ਜੋ ਤੁਸੀਂ ਡੈਮੇਜ ਕਾਜ਼ ਕਰ ਸਕਦੇ ਹੋ, ਦੈਟ ਹੀ ਹੈਜ਼ ਟਰਾਈਡ ਟੂ ਐਕਸਪਲੇਨ ਇਨ ਦਿਸ ਚੈਪਟਰ। ਅੱਗੇ ਫਿਰ ਇੱਕ ਹੋਰ ਤਰ੍ਹਾਂ ਦਾ ਸ਼ਸਤਰ ਦੀ ਗੱਲ ਕਰਦੇ ਨੇ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਨੂਜ਼ ਕਹਿ ਸਕਦੇ ਹਾਂ। ਕਿਸੇ ਦੇ ਗਲੇ ਦੇ ਵਿੱਚ ਫੰਦਾ ਪਾਉਣਾ ਦੂਰੋਂ, ਉਹ ਦੂਰੋਂ ਸੁੱਟਿਆ ਜਾਣ ਵਾਲਾ ਇੱਕ ਚਮੜੇ ਦਾ ਇੱਕ ਫੰਦਾ ਬਣਿਆ ਹੁੰਦਾ ਹੈ, ਕਿ ਜਿਸ ਨੂੰ ਸੁੱਟਣਾ ਵੀ ਚੱਕਰ ਵਾਂਗ ਇੱਕ ਆਰਟ ਹੈ। ਹਰ ਬੰਦਾ ਇਹ ਕੰਮ ਨਹੀਂ ਕਰ ਸਕਦਾ। ਉਹਨੂੰ ਐਸੇ ਤਰੀਕੇ ਨਾਲ ਸੁੱਟਿਆ ਜਾਂਦਾ ਹੈ ਕਿ ਦੂਸਰੇ ਜਿਹੜਾ ਜਨਰਲ ਹੈ ਉਹਨਾਂ ਦਾ
ਉਸ ਦੇ ਗਲੇ ਦੇ ਵਿੱਚ ਹੀ ਇਸ ਆਮ ਤੌਰ ਤੇ ਸੁੱਟਿਆ ਜਾਂਦਾ ਹੈ। ਅਗਰ ਉਸ ਦਾ ਗਲਾ ਉਸ ਪਾਸ਼ ਦੇ ਵਿੱਚ, ਉਸ ਨਿਊਜ਼ ਦੇ ਵਿੱਚ ਫਸ ਜਾਏ, ਤਾਂ ਤੁਸੀਂ ਉਸ ਨੂੰ ਪੁੱਲ ਅਪ ਕਰਕੇ ਆਪਣੇ ਪਾਸ ਵੀ ਲਿਆ ਸਕਦੇ ਹੋ। ਉਸ ਨੂੰ ਉਹਦੇ ਵਿੱਚ ਉਹਦੇ ਗਰਦਨ ਨੂੰ ਕੱਸਿਆ ਵੀ ਜਾ ਸਕਦਾ। ਔਰ ਤੁਹਾਨੂੰ ਅਖੀਰ ਦੇ ਵਿੱਚ ਜਿਹੜੀ ਗੱਲ ਹੈ, ਕੁੱਲ 1318 ਇਸ ਦੇ ਛੰਦ ਨੇ। ਉਹਨਾਂ ਨੇ ਤੁਪਕ ਦਾ ਮਤਲਬ ਹੈ ਬੰਦੂਕ, ਔਰ ਗੋਲਾ ਬਾਰੂਦ ਜਿਹੜਾ ਹੈ, ਇਸ ਨੂੰ ਕਿੱਦਾਂ ਜੰਗ ਵਿੱਚ ਵਰਤਣਾ ਹੈ, ਇਸ ਬਾਰੇ ਗੁਰੂ ਸਾਹਿਬ ਨੇ ਇਸ ਦੇ ਅਖੀਰਲੇ ਚੈਪਟਰ ਦੇ ਵਿੱਚ ਲਿਖਿਆ। ਕਿੰਨੇ ਕਿਸਮ ਦੇ ਨੇ, ਕਿਸ ਤਰ੍ਹਾਂ ਵਰਤਣਾ, ਔਰ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ। ਸੋ ਇਹ ਉਸ ਦੀ ਬਣਤਰ ਦੇ ਬਾਰੇ ਮੈਂ ਆਪ ਜੀ ਨੂੰ ਦੱਸਿਆ, ਔਰ ਕੁਝ ਥੋੜੀ ਜਿਹੀ ਉਸ ਦੇ ਬਾਰੇ ਮੈਂ ਹੋਰ ਜਾਣਕਾਰੀ ਦਿਆਂਗਾ। ਸ਼ਸਤਰ ਨਾਮ ਮਾਲਾ ਦੇ ਵਿੱਚ ਉਹ ਇੱਥੋਂ ਸ਼ੁਰੂ ਕਰਦੇ ਨੇ, ਸਾਗ ਸਰੋਹੀ ਸੈਫ ਹਸ ਤੀਰ ਤੁਪਕ ਤਲਵਾਰ। ਪਰਮਾਤਮਾ ਨੂੰ ਐਡਰੈਸ ਕਰਕੇ ਕਹਿੰਦੇ ਨੇ ਕਿ ਇਹ ਜਿੰਨੇ ਵੀ ਸ਼ਸਤਰ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਲਿਖਿਆ ਹੈ, ਇਹ ਸਾਰੇ ਜਿਹੜੇ ਨੇ ਇਹ ਡਿਸਟਰੋਇਰਸ ਨੇ, ਪਰ ਇਹ ਮੇਰੇ ਪ੍ਰੋਟੈਕਟਰ ਵੀ ਨੇ, ਔਰ ਇਹ ਡਿਸਟਰੋਏ ਕਰਦੇ ਨੇ ਜ਼ੁਲਮ ਨੂੰ, ਅਨਿਆਏ ਨੂੰ। ਸੋ ਅੱਗੇ ਉਹ ਕਹਿੰਦੇ ਨੇ, ਅੱਗੇ ਇਸੇ ਤਰ੍ਹਾਂ ਉਹਨਾਂ ਨੇ ਹੋਰ ਸ਼ਸਤਰਾਂ ਦਾ ਵਰਣਨ ਕੀਤਾ। ਅਸਕ੍ਰਿਪਾਨ, ਤਾਰਾ ਤਰੀ, ਸੈਫ ਮੂਲ, ਜਮਦਾੜ, ਇਹ ਸਾਰੇ ਸ਼ਸਤਰਾਂ ਦੇ ਨੇਮਸ ਨੇ, ਉਹਨਾਂ ਦੇ ਨਾਂ ਨੇ। ਹੋਰ ਕੁਛ ਥੋੜਾ ਜਿਹਾ ਅੱਗੇ ਚਲੀਏ ਤਾਂ ਆਂਦਾ ਅਸਕ੍ਰਿਪਾਨ, ਖੰਡੋ ਖੜਗ, ਤੁਪਕ ਤਪਕ ਔਰ ਤੀਰ। ਇਹ ਸਾਰੇ ਜਿਹੜੇ ਨੇ ਕਿਰਪਾਨ, ਤਲਵਾਰ, ਕਿਰਪਾਨ, ਖੰਡੇ, ਬੰਦੂਕਾਂ ਔਰ ਹੋਰ ਤੀਰ ਵਗੈਰਾ, ਇਹੀ ਉਹ ਕਹਿੰਦੇ ਨੇ ਯਹੀ ਹਮਾਰੇ ਪੀਰ। ਉਹ ਇਹ ਕਹਿੰਦੇ ਨੇ ਇਹ ਮੇਰੇ ਗਾਈਡ ਨੇ। ਪੀਰ ਤੋਂ ਕੋਈ ਧਾਰਮਿਕ ਸੈਂਸ ਨਹੀਂ ਹੈ, ਇਹ ਉਹ ਕਹਿੰਦੇ ਨੇ ਕਿ ਮੇਰੀ ਲਾਈਫ ਦੀ ਫਿਲਾਸਫੀ ਜਿਹੜੀ ਹੈ ਉਸ ਨੂੰ ਇਹ ਵੈਪਨ ਜਿਹੜੇ ਨੇ ਇਹ ਗਾਈਡ ਕਰ ਰਹੇ ਨੇ। ਟੂ ਗਿਵ ਮੀ ਸੈਲਫ ਰਿਸਪੈਕਟ, ਟੂ ਪ੍ਰੋਟੈਕਟ ਮਾਈ ਲਾਈਫ ਐਂਡ ਟੂ ਪ੍ਰੋਟੈਕਟ ਜਸਟਿਸ ਇਨ ਦੀ ਵਰਲਡ। ਅੱਗੇ ਫਿਰ ਇਸੇ ਤਰ੍ਹਾਂ ਲਿਖਦੇ ਨੇ, ਆਪਣੇ ਆਪ ਨੂੰ ਸਰੈਂਡਰ ਵੀ ਕਰਦੇ ਨੇ। ਖੜਗ ਕੇ ਮੈਂ ਸਰਨ ਤਿਹਾਰੀ, ਉਸ ਵਿੱਚ ਉਹ ਕਹਿੰਦੇ ਨੇ ਇਹ ਪ੍ਰਮਾਤਮਾ ਕਿ ਮੈਂ ਤੇਰੀ ਸ਼ੈਲਟਰ ਵਿੱਚ ਜਾ ਰਿਹਾ, ਆਈ ਸੀਕ ਯੋਰ ਸ਼ੈਲਟਰ। ਜਿਸ ਪਰਮਾਤਮਾ ਦੇ ਹੱਥ ਵਿੱਚ ਕਿਰਪਾਨ ਹੈ, ਤਲਵਾਰ ਦੀ ਤਾਕਤ ਹੈ, ਔਰ ਉਸ ਦੇ ਅੱਗੇ ਅਰਦਾਸ ਕਰਦੇ ਨੇ ਕਿ ਗਿਵ ਮੀ ਯੋਰ ਹੈਂਡ ਐਂਡ ਪ੍ਰੋਟੈਕਟ ਮੀ। ਇਹ ਚੌਪਈ ਦੇ ਵਿੱਚ ਵੀ ਆ ਜਾਂਦਾ ਹੈ। ਇਸ ਤੋਂ ਅੱਗੇ ਮੈਂ ਸੰਖੇਪ ਵਿੱਚ ਉਹਨਾਂ ਸ਼ਸਤਰਾਂ ਦੇ ਦਰਸ਼ਨ ਮੈਂ ਆਪ ਜੀ ਨੂੰ ਕਰਾ ਰਿਹਾ। ਜਿਹੜਾ ਤਲਵਾਰ ਇਹ ਆਮ ਤੌਰ ਉੱਤੇ 30 ਤੋਂ 33 ਇੰਚ ਦੇ ਵਿਚਕਾਰ ਹੁੰਦੀ, ਕਰਵਡ ਹੁੰਦੀ ਹੈ। ਖੰਡਾ ਜਿਹੜਾ ਹੈ, ਇਸ ਨੂੰ ਬੇਸ਼ੱਕ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਦੋ ਤਲਵਾਰਾਂ ਦੇ ਵਿਚਕਾਰ ਔਰ ਵਿਚਕਾਰ ਚੱਕਰ, ਪਰ ਅਸਲ ਵਿੱਚ ਖੰਡਾ ਜਿਹੜਾ ਇਹਦੇ ਸੈਂਟਰ ਦੇ ਵਿੱਚ ਵਰਟੀਕਲ ਵਿੱਚ ਹੈ, ਖੜੇ ਰੂਪ 'ਚ ਹੈ, ਉਹ ਹੈ। ਔਰ ਕਿਰਪਾਨ ਆਮ ਤੌਰ 'ਤੇ ਅੱਜ ਕੱਲ੍ਹ 9 ਇੰਚ ਦੀ ਕਿਰਪਾਨ ਜਿਹੜੀ ਰਾਈਟ ਸਾਈਡ 'ਤੇ ਦਿਖਾਈ ਹੈ, ਇਸ ਨੂੰ ਕਿਹਾ ਜਾਂਦਾ। ਔਰ ਇਸੇ ਤਰ੍ਹਾਂ ਅੱਗੇ ਖੰਡਾ ਮੈਂ ਆਪ ਜੀ ਨੂੰ ਦਿਖਾਇਆ ਰਿਹਾ, ਇਹ ਪਲੇਨ ਵੀ ਹੋ ਸਕਦਾ ਹੈ, ਔਰ ਉਹਦਾ ਇੱਕ ਸਾਈਡ ਦੇ ਉੱਤੇ ਉਸ ਦੀਆਂ ਕਿੰਗਰੀਆਂ ਬਣੀਆਂ ਹੁੰਦੀਆਂ ਨੇ, ਕੋਰੂਗੇਟਡ ਵੀ ਹੁੰਦਾ। ਔਰ ਇਹ ਜਨਰਲੀ 3 ਫੁੱਟ ਦੀ ਲੰਬਾਈ ਇਸ ਦੀ ਹੁੰਦੀ, ਥੋੜ੍ਹੀ ਬਹੁਤ ਵੱਧ ਘੱਟ ਹੋ ਸਕਦੀ ਹੈ, ਪਰ ਦਿਸ ਇਜ਼ ਦਿਸ ਸਟੈਂਡਰਡ। ਇਸੇ ਤਰ੍ਹਾਂ ਢਾਲ ਹੈ, ਸ਼ੀਲਡ, ਜਿਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਪਿੱਛੇ ਆਪਣੀ ਸ਼ੀਤ ਦੀ ਗੱਲ ਕੀਤੀ ਹੈ। ਇਹ ਨਾਰਮਲੀ 15 ਤੋਂ 18 ਇੰਚ ਦਾ ਇਸ ਦਾ ਡਾਇਮੀਟਰ ਦਾ ਹੁੰਦਾ। ਔਰ ਚੱਕਰ ਜਿਸ ਦੀ ਮੈਂ ਗੱਲ ਕੀਤੀ ਹੈ ਕਿ ਜਿਸ ਨੂੰ ਸੁੱਟ ਕੇ ਇਸ ਨੂੰ ਆਪਣੇ ਦਸਤਾਰ ਦੇ ਉੱਤੇ ਵੀ ਪਾਇਆ ਜਾਂਦਾ, ਪਰ ਜਿਸ ਵਕਤ ਜਿਨ੍ਹਾਂ ਨੂੰ ਇਸ ਨੂੰ ਵਰਤਣਾ ਆਉਂਦਾ, ਉਹ ਜੰਗ ਵਿੱਚ ਐਸੇ ਤਰੀਕੇ ਨਾਲ ਸੁੱਟਦੇ ਨੇ ਕਿ ਇਹ ਅੱਗੇ ਸੈਂਕੜੇ ਬੰਦਿਆਂ ਦੇ ਗਰਦਨਾਂ ਨੂੰ ਉਡਾ ਦਿੰਦੀ ਹੈ।
ਹੁਣ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਸਤਰਨਾਮਾ ਮਾਲਾ ਵਿੱਚ ਸ਼ਸਤਰ ਨਾਮ ਮਾਲਾ ਹੋਣਾ ਚਾਹੀਦਾ ਜਨਰਲੀ। ਵੈਸੇ ਕਈ ਜਗ੍ਹਾ ਤੇ ਸ਼ਸਤਰਨਾਮਾ ਵੀ ਲਿਖਿਆ ਹੈ, ਪਰ ਬੈਟਰ ਇਹ ਹੈ ਕਿ ਅਸੀਂ ਇਸ ਨੂੰ ओरिजिनल वर्ड यूज करिए, शस्त्र नाम माला। ਇਸ ਵਿੱਚ ਕੁਝ ਬਾਰੇ ਮੈਂ ਆਪ ਜੀ ਨੂੰ ਦੱਸ। ਖੰਡਾ ਜੋ ਹੈ ਇਹ ਆਮ ਤੌਰ ਤੇ ਆਮੋ ਸਾਹਮਣੇ ਜੰਗ ਜਿਹੜੀ ਇਸ ਵਕਤ ਹੁੰਦੀ ਹੈ, ਹੈਂਡ ਟੂ ਹੈਂਡ ਫਾਈਟ ਜਿਹੜੀ ਹੈ, ਸੋ ਇਹ ਲਾਸਟ ਵੈਪਨ ਹੈ, ਅਖੀਰਲਾ ਹਥਿਆਰ ਹੈ ਜੰਗ ਵਿੱਚ, ਜਿਸ ਨੂੰ ਗੁਰੂ ਸਾਹਿਬ ਨੇ ਜੰਗਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਪਿੱਛੇ ਦੱਸਿਆ, ਗੁਰੂ ਹਰਗੋਬਿੰਦ ਸਾਹਿਬ ਤੋਂ ਅੱਗੇ ਉਸ ਨੂੰ ਵਰਤਿਆ ਗਿਆ ਹੈ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਈਵਨ ਗੁਰੂ ਤੇਗ ਬਹਾਦਰ ਸਾਹਿਬ ਵੀ ਜੰਗਾਂ ਦੇ ਵਿੱਚ ਲੜੇ ਨੇ। ਬੇਸ਼ੱਕ ਉਹਨਾਂ ਨੇ ਵੈਰਾਗਮਈ ਬਾਣੀ ਦਾ ਰਚਨਾ ਕੀਤੀ ਹੈ, ਲੇਕਿਨ ਉਹ ਜੰਗ ਵਿੱਚ ਲੜੇ ਔਰ ਬਹਾਦਰੀ ਨਾਲ ਲੜੇ, ਇਸ ਕਰਕੇ ਉਹਨਾਂ ਦਾ ਨਾਂ ਤਿਆਗ ਮਲ ਤੋਂ ਤੇਗ ਬਹਾਦਰ ਬਣਿਆ। ਔਰ ਖੰਡੇ ਦੇ ਗੁਰੂਆਂ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਅਬਦਾਲੀ ਦੇ ਖਿਲਾਫ ਅੰਮ੍ਰਿਤਸਰ ਦੀ ਲੜਾਈ ਵਿੱਚ 1757 ਵਿੱਚ ਪਹਿਲੇ ਤਾਂ ਦੋਨਾਂ ਹੱਥਾਂ ਵਿੱਚ ਉਹਨਾਂ ਦੇ 18 ਸੇਰ ਦੇ ਵਜ਼ਨ ਦੇ ਖੰਡੇ ਸਨ, ਜਿਸ ਦੇ ਨਾਲ ਦੁਸ਼ਮਣ ਨੂੰ ਉਹਨਾਂ ਨੇ ਭਜਾਇਆ। ਲੋਕ ਦੇਖ ਕੇ ਡਰ ਜਾਂਦੇ ਸਨ ਕਿ ਉਹ ਕਿਤਨੀ ਉਹਨਾਂ ਦੇ ਤਾਕਤ ਸੀ। ਪਰ ਜਿਸ ਵੇਲੇ ਉਹਨਾਂ ਦਾ ਆਪਣਾ ਸੀਸ ਅਲੱਗ ਹੋ ਗਿਆ, ਫਿਰ ਵੀ ਉਹਨਾਂ ਨੇ ਇੱਕ ਹੱਥ ਤੇ ਸੀਸ ਤੇ ਦੂਜੇ ਹੱਥ ਦੇ ਵਿੱਚ ਖੰਡਾ ਰੱਖਿਆ ਔਰ ਅਖੀਰ ਤੱਕ ਲੜਦੇ ਰਹੇ। ਇਸੇ ਤਰ੍ਹਾਂ ਤਲਵਾਰ ਜਿਹੜੀ ਹੁੰਦੀ ਹੈ, ਇਹ ਘੋੜਸਵਾਰ ਜਿਹੜੇ ਹੁੰਦੇ ਨੇ, ਇਹ ਉਹਨਾਂ ਦੇ ਲਈ ਜ਼ਿਆਦਾ ਯੂਜ਼ਫੁਲ ਹੈ। ਔਰ ਇਹ ਇੱਕ ਹੱਥ ਵਿੱਚ ਇਸ ਨੂੰ, ਤਲਵਾਰ ਨੂੰ ਰੱਖਦੇ ਨੇ, ਔਰ ਦੂਸਰੇ ਪਾਸੇ ਆਪਣੇ ਬਚਾਅ ਵਾਸਤੇ ਢਾਲ ਰੱਖਦੇ। ਤੇ ਕਿਰਪਾਨ ਜਿਹੜੀ ਹੈ 5 ਕਕਾਰਾਂ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ, ਜਿਸ ਤਰ੍ਹਾਂ ਮੈਂ ਦੱਸਿਆ, ਖੰਡੇ ਦੀ ਪਾਹੁਲ ਤੋਂ ਬਾਅਦ ਖਾਲਸਾ ਸਾਜਨ ਸਮੇਂ। ਇਸ ਦਾ ਸ਼ਾਬਦਿਕ ਅਰਥ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਹੈ। ਕਿਰਪਾਨ ਦਾ ਅਰਥ ਹੈ ਗੁਰੂ ਦੀ ਕਿਰਪਾ, ਔਰ ਇਸ ਕਿਰਪਾ ਦੇ ਨਾਲ ਉਹ ਯਾਨੀ ਸ਼ਸਤਰ ਹੈ ਜਿਸ ਨਾਲ ਧਰਮ, ਮਜ਼ਲੂਮ ਅਤੇ ਆਪਣੀ ਰੱਖਿਆ ਕੀਤੀ ਜਾਂਦੀ ਹੈ। ਆਪਣੀ ਰੱਖਿਆ ਅਖੀਰ ਤੇ ਹੈ, ਪਹਿਲੇ ਧਰਮ ਦੀ, ਔਰ ਫਿਰ ਬੇਇਨਸਾਫੀ, ਅਨਿਆਏ ਜਿੱਥੇ ਹੋ ਰਿਹਾ ਹੈ ਕਿਸੇ ਮਜ਼ਲੂਮ ਦੇ ਉੱਤੇ, ਉਹਦੀ ਰੱਖਿਆ ਜਿਸ ਤਰ੍ਹਾਂ ਗੁਰੂਆਂ ਨੇ ਕੀਤੀ ਹੈ। ਸੋ ਇਹਨਾਂ ਦੀ ਹੁਣ ਜੋ ਅੰਡਰ ਲਾਅ ਹੈ, ਉਹ ਵੱਧ ਤੋਂ ਵੱਧ ਲੰਬਾਈ 9 ਇੰਚ ਕਿਰਪਾਨ ਦੀ ਹੋ ਸਕਦੀ ਹੈ, ਜਿਸ ਵਿੱਚ 6 ਇੰਚਸ ਦਾ ਬਲੇਡ ਹੈ, 3 ਇੰਚਸ ਦਾ ਹੈਂਡਲ। ਇਹ ਲੀਗਲੀ ਪਰਮਿਟਡ ਹੈ ਹਰ ਸਿੱਖ ਨੂੰ। ਵਰਲਡ ਵਾਰ 1 ਤੋਂ ਪਹਿਲੇ ਇਸ ਦੀ ਲੰਬਾਈ 18 ਇੰਚ ਵੀ ਹੁੰਦੀ ਸੀ, ਪਰ 1922 ਵਿੱਚ ਸਿੱਖਾਂ ਦੀ ਸਹਿਮਤੀ ਨਾਲ ਹੀ ਇਸ ਦੀ ਫਿਰ ਲੰਬਾਈ ਨੂੰ ਚੇਂਜ ਕੀਤਾ ਗਿਆ। ਔਰ ਲਾਸਟ ਮੈਂ ਤੁਹਾਨੂੰ ਜਿਹੜਾ ਸਲਾਈਡ ਦਿਖਾਉਣ ਲੱਗਾ, ਉਹ ਹੈ ਬਾਬਾ ਬੰਦਾ ਬਹਾਦਰ ਜੀ ਦੇ ਵੱਲੋਂ 1712 ਵਿੱਚ ਜੋ ਸਿੱਕੇ ਜਾਰੀ ਕੀਤੇ ਗਏ ਸਨ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ। ਉਹਨਾਂ ਤੋਂ ਬਾਅਦ ਇਹਨਾਂ ਨੇ ਸਿੱਖ ਕੌਮ ਦੀ ਵਾਗਡੋਰ ਸੰਭਾਲੀ, ਔਰ ਇਸ ਦੇ ਵਿੱਚ ਉਹਨਾਂ ਨੇ ਪਰਸ਼ੀਅਨ ਦੇ ਵਿੱਚ ਜੋ ਇਬਾਰਤ ਲਿਖੀ, ਮੈਂ ਉਹ ਨਹੀਂ ਇੱਥੇ ਕੋਟ ਕਰ ਰਿਹਾ, ਪਰ ਉਹਦਾ ਅਰਥ ਇਹ ਲਿਖਿਆ ਜਾ ਰਿਹਾ ਉਸ ਦੇ ਉੱਤੇ। ਇਹ ਦੋਨੋਂ ਕੋਇਨਸ ਨੇ, ਇੱਕ ਗੁਰੂ ਨਾਨਕ ਦੇ ਨਾਂ ਤੇ ਹੈ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਤੇ ਹੈ, ਔਰ ਉਹਦੇ ਉੱਤੇ ਲਿਖਿਆ ਹੈ coin struck through each of the two worlds, ਦੋ ਜਹਾਨਾਂ ਦੇ ਵਿੱਚ, by the grace of the true Lord, ਉਸ ਸੱਚੇ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, of the victory gained, ਜੋ ਉਹਨੇ ਕਿਹਾ ਬਾਬਾ ਬੰਦਾ ਬਹਾਦਰ ਨੇ ਕਿ ਮੈਨੂੰ ਜੋ ਜਿੱਤ ਪ੍ਰਾਪਤ ਹੋਈ ਹੈ, ਕਿਸ ਤਰ੍ਹਾਂ ਹੋਈ ਹੈ,
by the sword of the Guru Gobind Singh and Shah Nanak। ਹੁਣ ਇੱਥੇ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਜੋ ਵੀ ਜਿੱਤ ਪ੍ਰਾਪਤ ਹੋ ਰਹੀ ਹੈ ਸਰਹੰਦ ਦੀ ਫਤਿਹ ਤੋਂ ਬਾਅਦ, ਉਹ ਕਹਿੰਦੇ ਨੇ ਕਿ ਉਹ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਦਿੱਤੀ ਗਈ ਜਿਹੜੀ ਤਲਵਾਰ ਹੈ ਉਸ ਦੀ ਤਾਕਤ ਦੇ ਨਾਲ ਮਿਲੀ ਹੈ। ਔਰ ਨਾਲ ਉਹ ਵਰਡ ਯੂਜ਼ ਕਰਦੇ ਨੇ ਸ਼ਾਹ ਨਾਨਕ। ਯਾਨੀ ਇਹ ਜਿਹੜੀ ਅਨਿਆਏ ਦੇ ਖਿਲਾਫ ਤਲਵਾਰ ਚੁੱਕਣ ਦੀ ਗੱਲ ਹੈ, ਉਹ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋਈ ਹੈ। ਜਿਸ ਤਰ੍ਹਾਂ ਕਿ ਮੈਂ ਸ਼ੁਰੂ ਦੇ ਵਿੱਚ ਬਾਣੀ ਦੀਆਂ ਕੁਝ ਤੁਕਾਂ, ਕੁਝ ਸ਼ਲੋਕਾਂ ਦੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। ਸੋ ਇੰਨੀ ਕੁ ਜਾਣਕਾਰੀ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨੀ ਸੀ। ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਮੈਂ ਆਪਣੇ ਆਪ ਨੂੰ ਕਰੈਕਟ ਕਰਨ ਵਾਸਤੇ ਤਿਆਰ ਹਾਂ। ਸੰਗਤ ਵਿੱਚੋਂ ਅਗਰ ਕੋਈ ਕਿਸੇ ਕਿਸਮ ਦੀ ਵੀ ਕੋਈ ਫੀਡਬੈਕ, ਕੋਈ ਕਮੈਂਟ ਹੋਵੇ ਤਾਂ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਸੈਕਿੰਡ ਤੁਹਾਡਾ ਸਕਰੀਨ ਪਹਿਲੇ ਸਟਾਪ ਕਰ ਦਵਾਂ। ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਆਪ ਦਾ ਧੰਨਵਾਦ ਹੈ। very invaluable information that you have provided here। ਜ਼ਿਆਦਾਤਰ ਸਾਨੂੰ ਬਹੁਤ ਲਿਮਿਟਿਡ ਇਨਫੋਰਮੇਸ਼ਨ ਪਤਾ ਹੁੰਦੀ ਹੈ। ਗੁਰੂ ਸਾਹਿਬ ਦਾ ਜਿਹੜਾ ਸ਼ਸਤਰ ਨਾਮ ਮਾਲਾ ਹੈ ਉਸ ਬਾਰੇ ਥੋੜੇ ਬਹੁਤ ਹੀ ਜਾਣਕਾਰੀ ਹੁੰਦੀ ਹੈ ਕਿ ਕਿਹੜੇ ਉਹਨਾਂ ਨੇ ਸ਼ਸਤਰ ਜਿਹੜੇ ਨੇ ਉਹ ਇਸਤੇਮਾਲ ਕੀਤੇ ਨੇ, ਉਹ ਵੀ ਸਾਰਿਆਂ ਨੂੰ ਨਹੀਂ ਹੁੰਦੀ। ਐਂਡ ਮੋਰ ਇੰਪੋਰਟੈਂਟਲੀ ਉਹ ਜਿਹੜੇ ਸ਼ਸਤਰ ਨੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਕੰਟੈਕਸਟ ਹੈ, ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ। ਕਿਉਂਕਿ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਅਲਟੀਮੇਟਲੀ ਇੱਕ ਸਿੱਖ ਦਾ ਜਿਹੜਾ ਜੀਵਨ ਹੈ, ਉਸ ਦੀ ਜਿਹੜੀ ਜੀਵਨ ਜਾਚ ਹੈ, ਉਹ ਅਲਟੀਮੇਟਲੀ ਹਰ ਥਾਂ ਦੇ ਵਿੱਚ, ਹਰ ਐਸਪੈਕਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਨੈਕਟਡ ਹੈ। ਔਰ ਉਸੇ ਤੋਂ ਸੇਧ ਲੈ ਕੇ ਗੁਰੂ ਸਾਹਿਬ ਨੇ ਅੱਗੇ ਜੋ ਵੀ ਆਪਣੀ ਗਾਈਡੈਂਸ ਪ੍ਰੋਵਾਈਡ ਕੀਤੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਉਹ ਉਹਨਾਂ ਨੇ ਉੱਥੋਂ ਹੀ ਸੇਧ ਲੈ ਕੇ ਕੀਤੀ ਹੈ। ਤੇ ਸੋ ਐਨੀਵੇਜ਼ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵੈਰੀ ਇਨਫੋਰਮੇਟਿਵ ਡਿਸਕਸ਼ਨ ਐਂਡ